32 साल एक अपने सिंह नूं 32 साल हो गए जेल 'ਚ 8 फुट पे 4 फुट के सैल में 32 साल रहना कितना औखा है। एक दिन परोल नहीं मिली। ऐ जी बेइंसाफी मैनूं लगदा दुनिया के इतिहास 'ਚ नहीं है। पॉलिटिकल कंपल्शन कोई पॉलिटिकल कंपल्शन नहीं है। श्रोमणी अकाली दल पहले भी लगातार संघर्ष करता रहा है। ਸ਼੍ਰੋਮਣੀ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪੰਥਕ ਇਕੱਤਰਤਾ ਸੱਦੀ ਗਈ ਅਤੇ ਇਸ ਇਕੱਠ ਦੌਰਾਨ ਸਮੁੱਚੀਆਂ ਜਥੇਬੰਦੀਆਂ ਅਤੇ ਪੰਥ ਦਰਦੀਆਂ ਵੱਲੋਂ ਇਕਜੁੱਟਤਾ ਦੇ ਨਾਲ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ ਗਿਆ। ਇਹ ਇਕੱਤਰਤਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੋਏ ਆਦੇਸ਼ ਤਹਿਤ ਸ਼੍ਰੋਮਣੀ ਕਮੇਟੀ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸੱਦੀ ਗਈ ਸੀ। ਇਕੱਤਰਤਾ ਦੌਰਾਨ ਅਗਲੀ ਰੂਪਰੇਖਾ ਦੇ ਲਈ ਕਮੇਟੀ ਸਥਾਪਿਤ ਕਰਨ ਦੇ ਅਧਿਕਾਰੀ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸੌਂਪੀ ਗਈ ਹੈ, ਜਿਸ ਦੇ ਆਪਣੇ ਸੰਬੋਧਨ ਦੌਰਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਜਲਦ ਹੀ ਇਹ ਕਮੇਟੀ ਗਠਿਤ ਕਰ ਦਿੱਤੀ ਜਾਵੇਗੀ ਅਤੇ ਬਣਾਈ ਜਾਣ ਵਾਲੀ ਕਮੇਟੀ ਦੇ ਵਿੱਚ ਸਾਰੀਆਂ ਧਿਰਾਂ ਦੇ ਮੈਂਬਰ ਸ਼ਾਮਲ ਹੋਣਗੇ। पिछले लंबे समय तो 1984 तो बाद जब सचखंड श्री हरमंदर साहब नूं टैंकां ते तोपां दे नाल ढाया गया और दिल्ली दे विच उन्हां बेकसूरे सिखां दे उत्ते उन्हां नूं मौत दे घाट उतारिया गया। उस सिख तड़फ नूं महसूस करते हुए बहुत सारे जिहड़े साडे नौजवान वीर सगे वो इस संघर्ष दे विच सरगर्म होए, जिन्हां दा कोई जाति हित नहीं सी, ना किसी ना कोई निजी दुश्मनी सी, पर क्योंकि बहुत बड़ा एक हमला सी सचखंड श्री दरबार साहब ते इस आज़ाद भारत दे विच ते उस दर्द नूं महसूस करते हुए बहुत सारे नौजवान साडे कुछ झूठे केसां दे विच वो सारे नजायज़ फसा के अदालतां परों उन्हां नूं किसी नूं उम्र कैद किसी नूं फांसी की सज़ा दित्ती गई। उन्हां दे विच साडे लगभग 22 सिख कैदी जिन्हां दे विच 9 वो आ ਜਿਹੜੇ 25 ਤੋਂ ਲੈ ਕੇ 32-33 ਸਾਲ ਦੀ ਕੈਦ ਦੇ ਵਿੱਚ ਬੰਦ ਪਏ ਔਰ ਸਮੁੱਚੇ ਪੰਥ ਨੇ ਵੱਖ-ਵੱਖ ਰੂਪਾਂ ਦੇ ਵਿੱਚ ਆਪਣੇ ਯਤਨ ਵੀ ਕੀਤੇ। ਪਹਿਲਾਂ ਵੀ ਇਹਦੇ ਲਈ ਯਤਨ ਆਰੰਭੇ ਗਏ ਸੀ ਤੇ ਅਸੀਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਮੌਤ ਦੀ ਸਜ਼ਾ ਲਈ ਪ੍ਰੈਜ਼ੀਡੈਂਟ ਆਫ ਇੰਡੀਆ ਕੋਲ ਪਟੀਸ਼ਨ ਵੀ ਪਾ ਕੇ ਆਏ ਸੀ। ਤੇ ਫਿਰ ਜਦੋਂ ਪਿੱਛੇ ਸਾਹਿਬਾਂ ਦਾ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪਵਿੱਤਰ ਪ੍ਰਕਾਸ਼ ਦਿਹਾੜਾ 550 ਸਾਲਾ ਆਇਆ ਤੇ ਸਾਡੇ ਲਗਭਗ 7 ਜੁਝਾਰੂ ਵੀਰਾਂ ਨੂੰ ਰਿਹਾ ਕਰਨ ਦਾ ਕੇਂਦਰ ਦੀ ਸਰਕਾਰ ਨੇ ਅਨਾਉਂਸ ਕੀਤਾ ਸੀ ਔਰ ਉਹਨਾਂ ਦੇ ਵਿੱਚੋਂ ਹਾਲੇ ਬਹੁਤ ਸਾਰੇ ਅੰਦਰੇ ਬੈਠੇ ਆ ਤੇ ਜਿਹਦੇ ਦਰਦ ਨੂੰ ਮਹਿਸੂਸ ਕਰਕੇ ਸਮੁੱਚੇ ਪੰਥ ਨੇ ਇੱਕ ਫੈਸਲਾ ਲਿਆ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜੀ ਦੀ ਉਸ ਹਦਾਇਤ ਦੇ ਤਹਿਤ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਨੇ ਹਦਾਇਤ ਕੀਤੀ ਸੀ ਕਿ ਸਮੁੱਚੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਇੱਕ ਸਾਂਝੀ ਕਮੇਟੀ ਬਣਾਈ ਜਾਵੇ ਜਿਹੜੀ ਇਹਨਾਂ ਦੇ ਰਿਹਾ कराने का भी यतन करे तो ਵੱਖ-ਵੱਖ तौर पर चाहे वह कानून का पहलू आ तो चाहे कोई होर रास्ता अख्तियार करना पवे वो करे। सो श्रोमणी गुरुद्वारा प्रबंधक कमेटी ने ये अज की मीटिंग का सद्दा दिता सी सारे समुचे पंथ नूं, होका भी दिता सी, कुछ तो सारिਆਂ ਨੂੰ सद्दे पत्र भी भेजे गए, कुछ जिहड़े सी उस सद्दे पत्र तो बगैर भी खुला नींदा दिता गया सी कि सारे इत्थे आके एकत्र होण। मैनूं खुशी आ कि श्रोमणी अकाली दल की समुची कोर कमेटी, श्रोमणी अकाली दल के प्रधान साहब, उन्हां दे नाल श्रोमणी अकाली दल ਅੰਮ੍ਰਿਤਸਰ के प्रधान साहब
ਉਹਨਾਂ ਦੇ ਨਾਲ ਪੰਥ ਦੀ ਵੱਡੀ ਧਿਰ ਸਾਡੀ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ, ਉਹਨਾਂ ਤੋਂ ਇਲਾਵਾ ਸਾਡੇ ਨਿਹੰਗ ਸਿੰਘਾਂ ਦੀਆਂ ਸਿਰਮੌਰ ਜਥੇਬੰਦੀਆਂ, ਜਿਨ੍ਹਾਂ ਦੇ ਵਿੱਚ ਬੁੱਢਾ ਦਲ ਸਾਡੇ ਸਿੱਖਾਂ ਦੀ ਜਿਹੜੀ ਮੁੱਢਲੇ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ, ਉਹਨਾਂ ਦੇ ਵਿੱਚ ਸਾਡੇ ਬਾਬਾ ਬਿਧੀ ਚੰਦ ਜੀ ਸੁਰ ਸਿੰਘ ਵਾਲੇ, ਉਹਨਾਂ ਦੀ ਜਥੇਬੰਦੀ, ਜਿੰਦਾ ਸ਼ਹੀਦ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਬੇਲਾਂ ਵਾਲਿਆਂ ਦੀ ਜਥੇਬੰਦੀ, ਬਾਬਾ ਗੱਜਣ ਸਿੰਘ ਜੀ ਤਰਨਾ ਦਲ ਤੇ ਹੋਰ ਵੀ ਸਾਰੀਆਂ ਜਥੇਬੰਦੀਆਂ ਇਹਦੇ ਵਿੱਚ ਆਈਆਂ। ਉਚੇਚੇ ਤੌਰ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ, ਉਹਨਾਂ ਦੇ ਨਾਲ ਸਰਦਾਰ ਪਰਮਜੀਤ ਸਿੰਘ ਜੀ ਸਰਨਾ ਸਾਬਕਾ ਦਿੱਲੀ ਦੇ ਪ੍ਰਧਾਨ, ਉਹਨਾਂ ਦੇ ਨਾਲ ਸਰਦਾਰ ਮਨਜੀਤ ਸਿੰਘ ਜੀ ਜੀਕੇ ਜਿਹੜੇ ਸਾਬਕਾ ਪ੍ਰਧਾਨ ਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਦੇ ਨਾਲ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ, ਹੋਰ ਵੀ ਸਾਰੇ ਮਹਾਂਪੁਰਸ਼ ਕਾਰ ਸੇਵਾ ਵਾਲੇ ਮਹਾਂਪੁਰਸ਼, ਉਹਨਾਂ ਦੇ ਨਾਲ ਨਾਨਕਸਰ ਕਲੇਰਾਂ ਵਾਲੇ ਮਹਾਂਪੁਰਸ਼ ਔਰ ਹੋਰ ਵੀ ਸਾਰੀਆਂ ਜਥੇਬੰਦੀਆਂ ਉਚੇਚੇ ਤੌਰ ਤੇ ਅੱਜ ਇੱਥੇ ਹਾਜ਼ਰੀ ਭਰਨ ਲਈ ਪਹੁੰਚੀਆਂ ਔਰ ਸਾਰਿਆਂ ਨੇ ਇੱਕ ਸੁਰਤਾ ਦੇ ਨਾਲ ਸਾਰੇ ਮਤਭੇਦ ਭੁਲਾ ਕੇ ਇਹ ਫੈਸਲਾ ਕੀਤਾ ਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਾਬਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸਾਰਾ ਇਹਨਾਂ ਨੂੰ ਲੀਡ ਕਰਨ ਇਕੱਠੇ ਹੋ ਕੇ, ਤੇ ਉਹਦੇ ਤਹਿਤ ਜਿਹੜਾ ਇਹ ਸੰਘਰਸ਼ ਆਰੰਭਿਆ ਜਾਵੇ। ਉਹਦੇ ਵਿੱਚ ਸਾਡੇ ਅੱਜ 3 ਮਤੇ ਵੀ ਪੇਸ਼ ਹੋਏ ਆ, ਜਿਨ੍ਹਾਂ ਮਤਿਆਂ ਦੇ ਵਿੱਚ ਸਰਦਾਰ ਕਰਨੈਲ ਸਿੰਘ ਜੀ ਪੰਜੌਲੀ ਜਨਰਲ ਸਕੱਤਰ ਸਾਹਿਬ, ਉਹਨਾਂ ਨੇ ਮਤਾ ਜਿਹੜਾ ਕਿਉਂਕਿ ਸਿੱਖਾਂ ਦੀਆਂ 1947 ਤੋਂ ਪਹਿਲਾਂ ਵੀ ਬਹੁਤ ਵੱਡੀਆਂ ਦੇਣਾ ਆ ਇਸ ਮੁਲਕ ਨੂੰ, ਜੇ ਕੁਰਬਾਨੀਆਂ ਦੀ ਗੱਲ ਕਰ ਲਵਾਂ, ਫਾਂਸੀਆਂ ਦੀ ਗੱਲ ਕਰ ਲਵਾਂ, ਤੇ ਉਹ ਮਤਾ ਪੇਸ਼ ਹੋਇਆ। ਉਸ ਮਤੇ ਦੇ ਤਹਿਤ ਅੱਜ ਦੇ ਮੌਜੂਦਾ ਸਮੇਂ ਦੇ ਵਿੱਚ ਵੀ ਤੇ ਉਹਨਾਂ ਮਹਾਨ ਸਾਡੇ ਸਿੱਖ ਕੈਦੀਆਂ ਪ੍ਰਤੀ ਵੱਖ-ਵੱਖ ਸਾਡੇ ਜਿਹੜੀਆਂ ਕਨਸਟੀਟਿਊਸ਼ਨਲ ਪੋਸਟ, ਚਾਹੇ ਪ੍ਰੈਜ਼ੀਡੈਂਟ ਆਫ ਇੰਡੀਆ, ਪ੍ਰਾਈਮ ਮਿਨਿਸਟਰ ਆਫ ਇੰਡੀਆ, ਹੋਮ ਮਿਨਿਸਟਰ, ਉਹਨਾਂ ਸਾਰਿਆਂ ਨੂੰ ਵਾਪਸਾਂ ਦੇ ਰੂਪ ਦੇ ਵਿੱਚ, ਚਾਹੇ ਉਹ ਗਵਰਨਰ ਹੋਣ, ਵਾਪਸਾਂ ਦੇ ਰੂਪ ਦੇ ਵਿੱਚ ਮਿਲਿਆ ਜਾਊਗਾ। ਉਹ ਤੋਂ ਇਲਾਵਾ ਜੇ ਇੱਕ ਸੁਰਤਾ ਦੇ ਨਾਲ ਇਹ ਸਾਰਾ ਕਾਰਜ ਨਿਪੜੇ ਚੜ੍ਹ ਜਾਏ ਤੇ ਬਹੁਤ ਵਧੀਆ, ਨਹੀਂ ਤਾਂ ਫਿਰ ਅਗਲਾ ਜਿਹੜਾ ਸੰਘਰਸ਼ ਉਹ ਸਾਰਾ ਰਲ ਮਿਲ ਕੇ ਜਿਹੜੀ ਕਮੇਟੀ ਆ ਉਹਦਾ ਅਨਾਉਂਸ ਕਰੂਗੀ। ਦੂਜਾ ਮਤਾ ਜਿਹੜਾ ਸਾਡਾ ਉਹ ਪੇਸ਼ ਕੀਤਾ ਸਰਦਾਰ ਗੁਰਚਰਨ ਸਿੰਘ ਜੀ ਗਰੇਵਾਲ ਸਾਹਿਬ ਨੇ, ਜਿਹਦੇ ਵਿੱਚ ਸਮੁੱਚੇ ਤੌਰ ਤੇ MP ਸਾਹਿਬਾਨ, ਚਾਹੇ ਕਿਸੇ ਪਾਰਟੀ ਨਾਲ ਵੀ ਸੰਬੰਧਿਤ ਆ, ਉਹਨਾਂ ਨੂੰ ਬੇਨਤੀ ਕੀਤੀ ਗਈ ਕਿ ਤੁਸੀਂ ਸਾਰੇ ਮੈਂਬਰ ਪਾਰਲੀਮੈਂਟ ਇੱਕ ਥਾਂ ਇਕੱਤਰ ਹੋ ਕੇ ਉਹਨਾਂ ਸਿੱਖ ਨਜ਼ਰਬੰਦਾਂ ਦੀ ਰਿਹਾਈ ਦਾ ਜਿਹੜਾ ਆ ਉਹ ਯਤਨ ਕਰੋ, ਚਾਹੇ ਪ੍ਰਾਈਮ ਮਿਨਿਸਟਰ ਨੂੰ ਮਿਲਣਾ ਪਵੇ, ਚਾਹੇ ਹੋਰ ਹੋਮ ਮਿਨਿਸਟਰ ਸਾਹਿਬ ਨੂੰ ਮਿਲਣਾ ਪਵੇ। ਇਸੇ ਤਰ੍ਹਾਂ ਇੱਕ ਮਤਾ ਤੀਸਰਾ ਜਿਹੜਾ ਸਰਦਾਰ ਸੁਰਿੰਦਰ ਸਿੰਘ ਜੀ ਸਾਡੇ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਵੱਲੋਂ ਪੇਸ਼ ਕੀਤਾ ਗਿਆ। ਉਹਦੇ ਵਿੱਚ ਇਹ ਸੀ ਕਿ ਸੂਬਿਆਂ ਦੇ ਪ੍ਰਧਾਨਾਂ, ਗਵਰਨਰਸ ਨੂੰ ਤੇ ਕੇਂਦਰ ਦੀ ਸਰਕਾਰ ਨੂੰ ਮਿਲਣ ਤੋਂ ਬਾਅਦ ਜੇ ਫਿਰ ਵੀ ਕੋਈ ਹੱਲ ਨਹੀਂ ਨਿਕਲਦਾ ਤੇ ਫਿਰ ਪੰਥਕ ਇਕੱਠ ਮਜਬੂਰ ਹੋਊਗਾ ਕੋਈ ਹੋਰ ਤਿੱਖਾ ਸੰਘਰਸ਼ ਵਿੱਢਣ ਲਈ। ਸੋ ਇਹ ਅੱਜ ਦੇ ਸਾਡੇ ਸਮੁੱਚੇ ਤੌਰ ਤੇ ਸਮੁੱਚੇ ਪੰਥ ਨੇ ਬਹੁਤ ਸਾਰੇ ਮਹਾਂਪੁਰਸ਼ ਜਿਨ੍ਹਾਂ ਦੇ ਹੁਣ ਇੱਥੇ ਮੈਂ ਨਾਂ ਨਹੀਂ ਦੱਸ ਸਕਦਾ, ਉਹ ਆਪਣੇ ਚੇਚੇ ਤੌਰ ਦੇ ਉੱਤੇ ਨਹੀਂ ਵੀ ਹੋਏ, ਉਹਨਾਂ ਵੱਲੋਂ ਵੀ ਟੈਲੀਫੋਨਾਂ ਤੇ ਵੀ ਸੁਨੇਹਾ ਰਾਹੀਂ ਵੀ ਉਹ ਕਿਹਾ ਗਿਆ ਕਿ ਅਸੀਂ ਤੁਹਾਡੇ ਨਾਲ ਹਾਂ ਤੇ ਤਕੜੇ ਹੋ ਕੇ, ਕਿਉਂਕਿ ਕੌਮੀ ਮਸਲਾ ਸਾਡਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਡਾਇਰੈਕਸ਼ਨ ਆ ਤੇ ਉਹਦੇ ਤਹਿਤ ਇਹਨੂੰ ਆਪਾਂ ਹੱਲ ਕਰਨ ਲਈ ਸਿਰ ਤੋੜ ਯਤਨ ਕਰੀਏ। ਸੋ ਮੈਂ ਸਮਝਦਾ ਅੱਜ ਇੱਕ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਹਿਲਾਂ ਮੁੱਖ ਸੇਵਾਦਾਰ ਸੀ, ਪੰਥ ਨੇ ਇੱਕ ਬੋਝ ਹੋਰ ਜ਼ਿਆਦਾ ਪਾਤਾ ਕਿ ਸਮੁੱਚੇ ਤੌਰ ਤੇ ਸਾਰੇ ਪੰਥ ਨੇ ਇਕੱਤਰ ਹੋ ਕੇ ਜਿਹੜਾ ਇਹ ਮੈਨੂੰ ਖੁਸ਼ੀ ਆ। ਔਰ ਉਹਨਾਂ ਮਹਾਨ ਸਿੱਖ ਕੈਦੀਆਂ ਨੂੰ ਜਿਹੜੇ ਨਿੱਜ ਕਰਕੇ ਅੰਦਰ ਨਹੀਂ ਗਏ, ਮੈਂ ਸਮਝਦਾ ਇਹ ਵੀ ਸਬੱਬ ਬਣਿਆ ਕਿ ਉਹਨਾਂ ਦੀ ਰਿਹਾਈ ਦੇ ਲਈ ਅੱਜ ਪੰਥ ਨੇ ਇੱਕ ਜੁਟਤਾ ਜਿਹੜੀ ਇੱਕ ਜੁਟਦਾ ਹੋ ਕੇ ਦਿਖਾ ਲਈ ਆ।
ਸੋ ਇਸ ਗੱਲ ਦੀ ਮੈਂ ਇਹਨਾਂ ਜਥੇਬੰਦੀਆਂ ਦੀ ਪ੍ਰਸ਼ੰਸਾ ਵੀ ਕਰਦਾ ਤੇ ਤਵੱਕੋਂ ਵੀ ਰੱਖਦਾ ਕਿ ਜਿਹੜੇ ਅਗਲੇ, ਕਿਉਂਕਿ ਅੱਜ ਤਾਂ ਮੁੱਢਲੇ ਤੌਰ ਤੇ ਸੀ, ਜਿਹੜੇ ਅਗਲੇ ਹੁਣ ਸਾਡੇ ਪ੍ਰਸ਼ਨ ਆ ਉਹ ਗੰਭੀਰ ਵੀ ਹੋਣਗੇ, ਚਿੰਤਾਤੁਰ ਵੀ ਹੋਣਗੇ, ਪਰ ਖਾਲਸਾ ਪੰਥ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟੂਗਾ। ਸੋ ਇੰਨੀ ਕੁ ਬੇਨਤੀ ਸੀ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪ੍ਰਧਾਨ ਜੀ ਜਿਹੜਾ ਕਮੇਟੀ ਬਣਾ ਲਈ ਗਈ ਹੈ ਜੀ, ਕਮੇਟੀ ਬਣਾ ਲੈਂਦੇ ਹਾਂ। ਇਹ ਟਾਈਮ ਬਾਉਂਡ ਰਹੇਗਾ ਜੀ ਕਿ ਕੋਈ ਖੁੱਲਾ ਟਾਈਮ ਦਿੱਤਾ ਹੈ ਜੀ? ਚਲੋ ਅਸੀਂ ਤਾਂ ਹੁਣ ਸ਼ਹਿਰ ਤੇ ਰਹਿਣਾ, ਇਸੇ ਕੰਮ ਲਈ ਤੇ ਦੁਆਲੇ ਹੀ ਰਵਾਂਗੇ। ਕੱਲ ਹੀ ਪਏ ਹੁਣ ਤਾਂ ਜਿਹੜੀ ਕਮੇਟੀ ਹੈ ਜਿਹੜੇ ਜਨਰਲ ਹੈ ਇਹ ਉਹ ਅਮਨ ਤੇ ਉਸ ਹਾਂ ਹਾਂ ਅਸੀਂ ਵਫਦ ਦੇ ਤੌਰ ਦੇ ਉੱਤੇ ਵੀ ਸ਼ਾਂਤਮਈ ਤੇ ਦੂਸਰੇ ਪੱਖ ਤੋਂ ਵੀ ਅਸੀਂ, ਕਿਉਂਕਿ ਡੈਮੋਕ੍ਰੇਸੀ ਆ, ਹਰ ਇੱਕ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦਾ ਪੂਰਾ ਅਧਿਕਾਰ ਹੈ, ਤੇ ਸ਼ਾਂਤਮਈ ਕਰਾਂਗੇ ਸਰ। ਤੁਸੀਂ ਕਮੇਟੀ ਨੇ ਅੱਜ ਸਾਰੀਆਂ ਸਿੱਖ ਜਥੇਬੰਦੀਆਂ ਇਕੱਠੀਆਂ ਕੀਤੀਆਂ ਜੀ, ਬੜਾ ਵਧੀਆ ਹੁਕਮ ਹੈ। ਪਰ ਜਿਹੜੀਆਂ ਸੰਸਥਾਵਾਂ ਲੰਬੇ ਸਮੇਂ ਤੋਂ ਬੰਦੀ ਸਿੰਘਾਂ ਵਾਸਤੇ ਸੰਘਰਸ਼ ਕਰ ਰਹੀਆਂ ਸੀ ਰਿਹਾਈ ਵਾਸਤੇ, ਉਹ ਅੱਜ ਸ਼ਾਮਲ ਨਹੀਂ ਹੋ ਸਕੀਆਂ, ਜਾਂ ਉਹਨਾਂ ਨੂੰ ਸੱਦਾ ਨਹੀਂ ਮਿਲਿਆ ਜੀ? ਨਹੀਂ, ਉਹ ਵੀ ਆਈਆਂ ਅੱਜ। ਭਾਈ ਦਵਿੰਦਰਪਾਲ ਸਿੰਘ ਭੁੱਲਰ ਤੇ ਭਾਈ ਦਲਜੀਤ ਸਿੰਘ ਬਿੱਟੂ ਵੱਲੋਂ ਉਹ ਵੀ ਇੱਕ ਸਾਡੇ ਕੋਲ ਆਏ ਆ। ਫਿਰ ਸਰਦਾਰ ਜੰਗ ਸਿੰਘ ਜਿਹੜੇ ਲੰਬੇ ਅਰਸੇ ਤੋਂ ਲੁਧਿਆਣੇ ਤੋਂ ਉਹਨਾਂ ਦੀ ਪੈਰਵੀ ਕਰਦੇ ਥਰੂ ਸ਼੍ਰੋਮਣੀ ਕਮੇਟੀ ਕਰਦੇ, ਉਹ ਵੀ ਆਏ ਆ। ਤੇ ਤਕਰੀਬਨ ਸਾਰੇ ਅੱਜ ਲਗਭਗ ਜਿੰਨੇ ਵੀ ਸੀਗੇ ਉਹ ਸਾਰੇ ਇੱਥੇ ਪਹੁੰਚੇ। ਤਾਂ ਜੀ ਵਫਦ ਵੱਲੋਂ ਜਿਹੜੇ ਪਰਿਵਾਰ ਨੇ ਬੰਦੀ ਸਿੰਘਾਂ ਦੇ, ਉਹਨਾਂ ਨੂੰ ਵੀ ਮਿਲਿਆ ਜਾਊਗਾ, ਉਹਨਾਂ ਨੂੰ ਵੀ ਕੋਈ ਇਨਫੋਰਮੇਸ਼ਨ ਦਿੱਤਾ ਜਾਊਗਾ ਕਿ ਅਸੀਂ ਨਾਲ ਆ, ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ, ਦੇਖੋ ਜਿਹੜੇ ਕਿਉਂਕਿ ਨਾ ਉਹਨਾਂ ਨੂੰ ਸੱਦਿਆ ਨਹੀਂ ਗਿਆ ਇਸ ਪੰਥ ਦੇ ਵਿੱਚ, ਸਾਰਿਆਂ ਨੂੰ ਸੱਦਾ ਦਿੱਤਾ, ਪਰ ਆਏ ਨਹੀਂ। ਜਿਹੜੇ ਨਹੀਂ ਆਏ ਉਹਨਾਂ ਨੂੰ ਵੀ ਅਸੀਂ ਜਾਤੀ ਤੌਰ ਤੇ ਫਿਰ ਮਿਲਾਂਗੇ ਜਾ ਕੇ। ਔਰ ਮੈਂ ਤੁਹਾਨੂੰ ਹੋਰ ਵੀ ਦੱਸ ਦਿਆਂ, ਜਿਹੜੇ ਵਿਚਾਰੇ 25 30 ਸਾਲ ਤੋਂ ਬਾਅਦ ਰਿਹਾ ਹੋ ਕੇ ਆਏ ਆ, ਉਹਨਾਂ ਦਾ ਅਸੀਂ ਮੁੱਲ ਤਾਂ ਨਹੀਂ ਦੇ ਸਕਦੇ, ਪਰ ਇੱਕ ਸਿਰਪਾ ਦੇ ਰੂਪ ਦੇ ਵਿੱਚ ਮਾਲੀ ਸਹਾਇਤਾ ਵੀ ਉਹਨਾਂ ਦੀ ਅਸੀਂ ਕਰ ਰਹੇ ਹਾਂ, ਤਾਂ ਕਿ ਉਹਨਾਂ ਨੂੰ ਇਹ ਅਹਿਸਾਸ ਨਾ ਹੋਵੇ ਕਿ ਸਿੱਖ ਪੰਥ ਨੇ ਸਾਨੂੰ ਵੇਸਲੇ ਕਰ ਦਿੱਤੇ। ਪ੍ਰਧਾਨ ਜੀ, ਰਾਜ ਧਰੋਹ ਕਾਨੂੰਨ ਤੇ ਸੁਪਰੀਮ ਕੋਰਟ ਨੇ ਇੱਕ ਵੱਡਾ ਫੈਸਲਾ ਦਿੱਤਾ ਕਿ ਜਿਹੜੇ ਪੁਰਾਣੇ ਕੇਸ ਦਰਜ ਹੋਏ ਆ ਉਹਦੀ ਕਾਰਵਾਈ ਰੋਕੀ ਜਾਵੇ ਔਰ ਰਾਜ ਧਰੋਹ ਦਾ ਨਵਾਂ ਕੇਸ ਕੋਈ ਦਰਜ ਨਾ ਕੀਤਾ ਜਾਵੇ। ਇਹ ਬਹੁਤ ਚੰਗੀ ਗੱਲ ਹੈ ਜੀ, ਅਸੀਂ ਤਾਂ ਕਹਿੰਦੇ ਬਹੁਤ ਚੰਗੀ ਗੱਲ ਹੈ, ਕਿਉਂਕਿ ਅੰਧਾ ਧੁੰਦੇ ਹੀ ਬਲੂ ਸਟਾਰ ਤੋਂ ਬਾਅਦ ਕਦੇ ਟਾਡਾ ਲੱਗ ਗਈ, ਕਦੇ ਕੋਟਾ ਲੱਗ ਗਈ ਤੇ ਦੁਰਵਰਤੋਂ ਹੁੰਦੀ ਸੀ। ਤੇ ਦੇਸ਼ ਧਰੋਹ ਦਾ ਜਿਹੜਾ ਪਹਿਲੇ ਸਾਡੇ 124 153 ਇਹ ਆਈਪੀਸੀ ਦੀਆਂ ਸੈਕਸ਼ਨਸ ਆ, ਤੇ ਉਹਨਾਂ ਦੀ ਦੁਰਵਰਤੋਂ ਹੁੰਦੀ ਸੀ। ਤੇ ਮੈਂ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਦੇ ਇਸ ਫੈਸਲੇ ਦਾ ਸਵਾਗਤ ਕਰਦਾ। ਬਹੁਤ ਚੰਗਾ ਕਦਮ ਜਿਹੜਾ ਪਹਿਲਾਂ ਹੋ ਜਾਣਾ ਚਾਹੀਦਾ ਸੀ, ਉਹਨਾਂ ਨੇ ਵਧੀਆ ਜੱਜਮੈਂਟ ਦਿੱਤੀ। ਹਾਂਜੀ ਰਵਿੰਦਰ ਜੀ, ਪ੍ਰਧਾਨ ਜੀ, ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਐਫਰਟਸ ਹੋਈਆਂ, ਬੀਇੰਗ ਐਡਵੋਕੇਟ ਤੁਸੀਂ ਨਿਟੀ-ਗ੍ਰਿਟੀ ਸਮਝਦੇ ਹੋ, ਕਿਉਂ ਨਹੀਂ ਪੂਰੀਆਂ ਹੋ ਪਾਈਆਂ? ਕਮੀ ਕਿੱਥੇ ਰਹਿ ਗਈ? ਦੇਖੋ, ਇੱਕ ਲੀਗਲ ਪ੍ਰੋਸੈਸ ਹੁੰਦਾ, ਜਿਹਲੇ ਬੰਦੇ ਨੂੰ ਕਿਸੇ ਨੂੰ ਉਮਰ ਕੈਦ ਹੋ ਜਾਂਦੀ ਆ, ਅੱਗੇ ਪਹਿਲਾਂ ਹੁੰਦੀ ਸੀ ਲਾਈਫ ਇੰਪ੍ਰਿਜ਼ਨਮੈਂਟ, ਉਹਨੂੰ ਅਸੀਂ ਮੁੱਖ ਤੌਰ ਤੇ 20 ਸਾਲ ਗਿਣਦੇ ਸੀ, ਛੁੱਟੀਆਂ ਪਾ ਕੇ 14 ਸਾਲਾਂ ਬਾਅਦ ਆ ਜਾਂਦੇ ਸੀ। ਜਿਹੜੇ ਕੋਈ ਅਪਰੋਚ ਵਾਲੇ ਸੀ ਉਹ 7-8 ਸਾਲ ਤੋਂ ਬਾਅਦ ਆ ਜਾਂਦੇ ਸੀ। ਉਹ ਤੋਂ ਬਾਅਦ ਫਿਰ ਇੱਕ ਚੱਲਿਆ ਵੀ ਤਾ ਜ਼ਿੰਦਗੀ ਜਿੱਦਾਂ ਬਾਹਰ ਵਿਦੇਸ਼ਾਂ 'ਚ ਹੁੰਦੀ ਸੀ। ਪਰ ਇਹ ਸਾਡੇ ਜਿਹੜੇ ਆ, ਸਾਡੇ ਤਾਂ ਜਿੰਨੀ ਕੈਦ ਹੋਈ ਆ ਉਦੋਂ ਜ਼ਿਆਦਾ ਬਹੁਤ ਭੁਗਤ ਚੁੱਕੇ ਆ, ਤੇ ਇਸੇ ਕਰਦਾ ਸਾਡਾ ਸੰਘਰਸ਼ ਆ, ਸਾਨੂੰ ਕਰਨਾ ਪਿਆ। ਜੇ ਸਾਡੇ ਨਾਲ ਇਨਸਾਫ ਹੋਵੇ ਤਾਂ ਸਾਨੂੰ ਆ ਸੰਘਰਸ਼ ਕਰਨ ਦੀ ਲੋੜ ਨਹੀਂ ਸੀ ਪੈਣੀ। ਪੋਲੀਟੀਕਲ ਕੰਪਲਸ਼ਨ ਬਣ ਗਈ ਸੀ ਜੀ ਇਹ ਕੋਈ ਇੱਕ ਮੇਰੀ ਬੇਨਤੀ ਸੁਣ ਲਓ, ਪੋਲੀਟੀਕਲ ਕੋਈ ਕੰਪਲਸ਼ਨ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚਾਹੇ ਬਿਫੋਰ ਪਾਰਟੀਸ਼ਨ ਚਾਹੇ ਆਫਟਰ ਪਾਰਟੀਸ਼ਨ ਦਾ ਸਾਰਾ ਸਮਾਂ ਦੇਖ ਲਓ, ਕਿਸੇ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਿਊਮਨ ਰਾਈਟਸ ਲਈ ਵੀ ਆਪਣਾ ਜਦੋਜਹਿਦ ਕਰਦੀ ਰਹੀ ਹੈ। 84 ਤੋਂ ਪਹਿਲਾਂ ਧਰਮਯੁੱਧ ਮੋਰਚਾ ਚੱਲਦਾ ਸੀ, ਉਹਦੇ ਵਿੱਚ ਕਈ ਫੱਟੜ ਹੋ ਜਾਂਦੇ ਸੀ, ਕਈਆਂ ਦੀ ਵਿਚਾਰਿਆਂ ਦੀ ਤਰਨ ਡੈਥ ਵੀ ਹੋ ਗਈ। ਅਸੀਂ ਉਹਨਾਂ ਸਾਰਿਆਂ ਨੂੰ ਨੌਕਰੀਆਂ ਦਿੱਤੀਆਂ, ਉਹਨਾਂ ਸਾਰਿਆਂ ਨੂੰ ਕੰਪਨਸੇਸ਼ਨ ਦਿੱਤਾ। ਤੇ ਜੇ ਬਲੂ ਸਟਾਰ ਤੋਂ ਬਾਅਦ ਹੋਈ ਆ ਤੇ ਤਾਂ ਵੀ ਦੇਖ ਲਓ, ਚਾਹੇ ਜੋਧਪੁਰ ਦੇ ਨਜ਼ਰਬੰਦੀ ਸੀ, ਇਤਿਹਾਸਕ ਹੋਰ ਵੀ ਜਿੰਨੇ ਸੀਗੇ, ਉਹਨਾਂ ਸਾਰਿਆਂ ਤੇ ਸ਼੍ਰੋਮਣੀ ਕਮੇਟੀ ਹਮੇਸ਼ਾ ਵਿਵਸਥਾ ਰਹੀ ਆ। ਇਹ ਰਾਜਨੀਤੀ ਨਹੀਂ, ਇਹ ਨਰੋਲ, ਕਿਉਂਕਿ ਸਾਰੇ ਸਿੱਖ ਪੰਥ ਦਾ ਦਰਦ ਆ ਵੀ 28 30 ਸਾਲ ਦੇ ਅੰਦਰ ਬੈਠੇ ਆ। ਇਹ ਬੇਇਨਸਾਫੀ ਕਿਉਂ? ਇਸੇ ਕਰਕੇ ਸਮੁੱਚਾ ਪੰਥ ਅੱਜ ਇਕੱਠਾ ਹੋਇਆ। ਕਾਨੂੰਨੀ ਲੜਾਈ ਨਹੀਂ ਜਿੱਤ ਸਕੇ ਆਪਾਂ, ਰਿਹਾ ਕਰਾਉਣ ਦੇ ਲਈ ਕਾਨੂੰਨੀ ਲੜਾਈ ਨਹੀਂ ਜਿੱਤ ਸਕੇ, ਇਸ ਲਈ ਸੰਘਰਸ਼ ਆਪਾਂ ਹੁਣ ਜਾ ਕੇ ਕਾਨੂੰਨੀ ਲੜਾਈ ਵੀ ਅਸੀਂ ਲੜ ਰਹੇ ਹਾਂ। ਹੁਣ ਤੱਕ ਨਹੀਂ ਨਾ ਜਾ ਸਕੀ। ਸਰਦਾਰ ਬਲਵੰਤ ਸਿੰਘ ਜੀ ਰਾਜੋਆਣਾ ਹਾਂਜੀ, ਸੁਪਰੀਮ ਕੋਰਟ ਦੇ ਵਿੱਚ 30 ਅਪ੍ਰੈਲ ਨੂੰ ਡਾਇਰੈਕਸ਼ਨ ਦਿੱਤੀ ਆ ਵੀ ਵਿਦਿਨ 2 ਮੰਥ ਦਾ ਜਿਹੜਾ ਆ ਤੁਸੀਂ ਫੈਸਲਾ ਕਰੋ।
ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਪਟੀਸ਼ਨ ਮੈਂ ਆਪ ਔਨ ਪ੍ਰੈਜ਼ੀਡੈਂਟ ਆਫ ਇੰਡੀਆ ਕੋ ਗਿਆ। ਅਸੀਂ ਹਾਈ ਕੋਰਟ ਦੇ ਵਿੱਚ ਕੇਸ ਵੀ ਲਿਟੀਗੇਸ਼ਨ ਉਹਨਾਂ ਦੀ ਵਾਈਫ ਪੈਰਵੀ ਕਰਦੀ ਸੀ, ਅਸੀਂ ਉਹਨਾਂ ਦੀ ਉੱਦਾਂ ਮਾਇਕ ਤੌਰ ਤੇ ਪੈਰਵੀ ਕਰਦੇ ਸੀਗੇ। ਅਸੀਂ ਹੁਣ ਕਾਨੂੰਨੀ ਪੱਖ ਵੀ ਉਹਦਾ ਜਿਹੜਾ ਉਹਦਾ ਵੀ ਬੂਹਾ ਖੜਕਾਵਾਂਗੇ ਜਾ ਕੇ, ਪਹਿਲਾਂ ਵੀ ਖੜਕਾ ਰਹੇ ਹਾਂ, ਹੁਣ ਇਕੱਤਰ ਹੋ ਕੇ ਸਾਰੇ ਇੱਕ ਸੁਰਤਾ ਦੇ ਨਾਲ ਆਂਟੀ ਚੰਗਾ ਉਸ ਸਮੇਂ ਦੀ ਸ਼੍ਰੋਮਣੀ ਕਮੇਟੀ ਲੇਟ ਨਹੀਂ ਹੋ ਗਈ ਹੈ ਉਦੋਂ ਕਰਨ ਦੀ। ਚਲੋ ਦੇਰ ਆਏ ਦਰੁਸਤ ਆਏ, ਜੇ ਲੇਟ ਵੀ ਆ ਗਿਆ ਤਾਂ ਕੋਈ ਨਹੀਂ, ਹੁਣ ਸ਼ੁਰੂ ਤਾਂ ਹੋ ਗਈ ਨਾ ਗੱਲ। ਗਾਂਧੀ ਅੱਜ ਦੇ ਇਕੱਠ ਵਿੱਚ ਸਾਰੀਆਂ ਜਥੇਬੰਦੀਆਂ ਆਈਆਂ, ਪ੍ਰੈਸ ਨੂੰ ਇਦਾਂ ਹੀ ਮੈਂ ਕਹਿ ਰਿਹਾ ਕਰੂੰਗਾ ਜੀ। ਮੈਂ ਪਹਿਲੀ ਦੁਆਰੇ ਇੱਕ ਪ੍ਰੈਸ ਦੀ ਐਂਟਰੀ ਬੰਦ ਕੀਤੀ। ਇੱਕ ਮੈਂ ਸਿਮਰਤਾ ਸਹਿਤ ਤੁਹਾਡਾ ਦੇਣਾ ਜਵਾਬ। ਸਰਦਾਰ ਸਿਮਰਨਜੀਤ ਸਿੰਘ ਮਾਨ ਸਿੱਖ ਪੰਥ ਦੀ ਵੱਡੀ ਸ਼ਖਸੀਅਤ ਆ, ਉਹਦਾ ਮੈਂ ਨਾਮ ਉਹਨਾਂ ਦਾ ਵਿਸਰ ਗਿਆ ਸੀਗਾ। ਉਹ ਚੇਚੇ ਤੌਰ ਤੇ ਆਪਣੇ ਵਿਊ ਆਪਣੀ ਪਾਰਟੀ ਸਮੇਤ ਆਏ ਸੀਗੇ। ਇਹ ਵੀ ਮੈਂ ਸਮਝਦਾ ਇੱਕ ਗੁੱਡ ਓਮਨ ਸੀਗਾ ਵੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪ ਵੀ ਮੈਂਬਰ ਰਹੇ ਆ, ਤੇ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਚੇਚੇ ਤੌਰ ਤੇ ਅੱਜ ਦੀ ਮੀਟਿੰਗ ਦੇ ਵਿੱਚ ਪਹੁੰਚੇ ਆ ਉਹ। ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਆਂਟੀ ਮੀਡੀਆ ਨੂੰ ਕਮੇਟੀ ਨੂੰ ਸਹਿਯੋਗ ਦਿੰਦਾ ਰਿਹਾ, ਇਹਨਾਂ ਦੀ ਗੱਲ ਅੱਗੇ ਵਧਾ ਰਿਹਾ ਕਿ ਮੀਡੀਆ ਨੂੰ ਕਿਉਂ ਦੂਰ ਰੱਖਿਆ ਜਾਂਦਾ। ਦੇਖੋ ਅੱਜ ਦੇਖੋ ਬੇਨਤੀ ਇਹ ਸੀ ਤੁਹਾਡੇ ਕੋਲੋਂ ਪਹਿਲਾਂ ਤਾਂ ਮੈਂ ਖਿਮਾ ਚਾਹੁੰਦਾ ਤੁਹਾਡੇ ਰੂਬਰੂ ਇਦਾਂ ਹੀ ਹੁੰਦੇ ਸੀ ਇਹ ਇੰਜ ਕਰਕੇ, ਕਿਉਂਕਿ ਅੱਜ ਸਾਡਾ ਉੱਥੇ ਪਰਿਵਾਰ ਕਿਸੇ ਮਸਲਾ ਸੀ ਸਾਰਾ, ਤੇ ਜਿਹੜੇ ਉਹਦੀ ਕੋਈ ਕਲਿੱਪਸ ਲੈਣੀ ਹੋਊਗੀ ਤੁਹਾਨੂੰ ਉਹ ਵੀ ਦੇ ਦਿਆਂਗੇ, ਕੋਈ ਸਾਨੂੰ ਦਿੱਕਤ ਨਹੀਂ। 400 ਸਾਲਾ ਸ਼ਤਾਬਦੀ ਦਿਵਸ ਮਨਾਇਆ ਗਿਆ, ਤੁਸੀਂ ਬਹੁਤ ਵਧੀਆ ਸਮਾਗਮ ਕੀਤਾ, ਉਹਦੇ ਵਿੱਚ ਵੀ ਮੀਡੀਆ ਨੂੰ ਨਹੀਂ ਸੱਦਿਆ ਗਿਆ। ਨਹੀਂ ਮੀਡੀਆ ਨੂੰ ਇਦਾਂ ਨਹੀਂ, ਉਹ ਕਿਸੇ ਦੀ ਨਹੀਂ ਇਦਾਂ ਨਹੀਂਗਾ। ਪਹਿਲਾਂ ਵੀ ਸ਼ਤਾਬਦੀਆਂ ਮੈਂ ਤੁਹਾਨੂੰ ਨਿਮਰਤਾ ਸਾਹਿਬ ਤੁਹਾਨੂੰ ਮੈਂ ਬੇਨਤੀ ਕਰਾਂ, ਸਾਡਾ ਮੀਡੀਆ ਨਾਲ ਕੋਈ ਨਹੀਂ, ਮੀਡੀਆ ਤੋਂ ਬਗੈਰ ਸਾਡਾ ਨਹੀਂ ਸਰਦਾ, ਮੀਡੀਆ ਦਾ ਵੀ ਆਪਣਾ ਰੋਲ ਹੁੰਦਾ ਆ, ਪਰ ਜਿੱਥੇ ਸਾਨੂੰ ਲੱਗਦਾ ਆਪਣੇ ਤੌਰ ਤੇ ਪ੍ਰਬੰਧਾਂ ਕਰਕੇ ਉਹਦੇ ਵਿੱਚ ਕਿਤੇ ਕੋਈ ਮਾੜੀ ਮੋਟੀ ਜਿਹੜੀ ਸਾਨੂੰ ਕਰਨੀ ਪੈਂਦੀ ਆ ਪ੍ਰਬੰਧ ਕਰਕੇ ਉਹ ਕਰ ਲੈਂਦੇ ਆ। ਸੀਆਈਡੀ ਦਾ ਆਈਪੀ ਸਾਰੇ ਦੁੱਧ ਆਏ ਚਲੇ। ਹਾਂਜੀ ਸੀਆਈਡੀ ਵਾਲੇ ਆਈਪੀ ਵਾਲੇ ਸਾਰੇ ਚਲੋ ਸੀਆਈਡੀ ਹੁਣ ਜੇ ਕੋਈ ਪਲੇਨ ਕੱਪੜਿਆਂ ਦੇ ਵਿੱਚ ਆ ਗਿਆ ਤਾਂ ਉਹਨੂੰ ਆਪਾਂ ਹੁਣ ਕੋਈ ਕੀ ਕਹਾਂਗੇ। ਉਹ ਮਨ ਕੀ ਬਾਤ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੇ ਸੰਬੋਧਨ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਥਕ ਇਕੱਤਰਤਾ ਦਾ ਇਕਜੁੱਟਤਾ ਵਾਲਾ ਸੁਨੇਹਾ ਸਮੁੱਚੀ ਸਿੱਖ ਕੌਮ ਦੇ ਲਈ ਬੇहद ਅਹਿਮ ਹੈ ਅਤੇ ਭਵਿੱਖ ਦੇ ਵਿੱਚ ਇਸ ਲਹਿਰ ਨੂੰ ਨਿਰੰਤਰ ਤੋਰੀ ਰੱਖਣਾ ਚਾਹੀਦਾ ਹੈ। ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਹੁਕਮ ਆਦੇਸ਼ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਪੰਥਕ ਇਕੱਠ ਬੁਲਾਇਆ, ਜਿੱਥੇ ਸਾਰੀ ਜਥੇਬੰਦੀਆਂ ਨੂੰ ਸੁਨੇਹਾ ਦਿੱਤਾ, ਤੇ ਬੜੀ ਖੁਸ਼ੀ ਹੈ ਕਿ ਅੱਜ ਸਮੁੱਚਾ ਪੰਥ ਇਕੱਠਾ ਹੋਇਆ। ਮੈਂ ਕਹਿ ਸਕਦਾ ਕਿ ਪਿਛਲੇ 30 ਸਾਲਾਂ 'ਚ ਮੈਂ ਏਕਤਾ ਦਾ ਗੱਲ ਤੇ ਇਕੱਠ ਦਾ ਮੈਂ ਦੇਖਿਆ ਨਹੀਂ ਜਿਵੇਂ ਅੱਜ ਦੇਖਿਆ। ਜਿਹੜੇ ਲੋਕ ਅੱਜ ਤੱਕ ਇਕੱਠੇ ਨਹੀਂ ਸੀ, ਅੱਜ ਇਕੱਠੇ ਇੱਕ ਪਲੇਟਫਾਰਮ ਤੇ ਹੋਏ ਆ, ਤੇ ਯੂਨੈਨਿਮਸਲੀ ਫੈਸਲਾ ਕੀਤਾ ਸਾਰੀ ਜਥੇਬੰਦੀਆਂ ਨੇ, ਮਹਾਂਪੁਰਖਾਂ ਨੇ, ਨਿਹੰਗ ਸਿੰਘ ਜਥੇਬੰਦੀਆਂ ਨੇ, ਵੱਖ-ਵੱਖ ਅਕਾਲੀ ਦਲ ਜਿਹੜੇ ਬਣੇ ਉਹਨਾਂ ਨੇ, ਕਿ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਦੀ ਅਗਵਾਈ ਥੱਲੇ ਕਮੇਟੀ ਬਣਾ ਕੇ ਆ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਆਪਾਂ ਸੰਘਰਸ਼ ਕਰਾਂਗੇ। ਜੋ ਪ੍ਰੋਗਰਾਮ ਆ ਕਮੇਟੀ ਬਣਾਏਗੇ ਅਸੀਂ ਸਾਰੇ ਉਹ ਪ੍ਰੋਗਰਾਮ ਨੂੰ ਮੰਨਾਂਗੇ ਤੇ ਉਹ ਅਸੀਂ ਉਹ ਮਿਸ਼ਨ ਨੂੰ ਕੰਪਲੀਟ ਕਰਾਂਗੇ। ਵਾਸ ਇਟ ਪੋਲੀਟੀਕਲ ਕੰਪਲਸ਼ਨ? ਸੰਘਰਸ਼ ਤਿੱਖਾ ਕੀਤਾ ਜਾਊ ਆਉਣ ਵਾਲੇ ਦਿਨਾਂ? ਉਹ ਜਿਹੜਾ ਹੈਗਾ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੀ ਅਗਵਾਈ ਥੱਲੇ ਕਮੇਟੀ ਬਣੂਗੀ। ਹੁਣ ਜਿਹੜੀ ਜੋ ਫੈਸਲਾ ਉਹ ਕਰਨਗੇ, ਸ਼੍ਰੋਮਣੀ ਅਕਾਲੀ ਦਲ ਨੇ ਉੱਥੇ ਬਿਆਨ ਦਿੱਤਾ ਤੇ ਵੱਖ-ਵੱਖ ਜਥੇਬੰਦੀਆਂ ਨੇ ਵੀ ਕਿਹਾ ਕਿ ਜੋ ਕਮੇਟੀ ਫੈਸਲਾ ਕਰੂਗੀ, ਜੋ ਆਦੇਸ਼ ਦੇਣਗੇ, ਜੋ ਪ੍ਰੋਗਰਾਮ ਦੇਣਗੇ, ਅਸੀਂ ਸਾਰੇ ਇਕੱਠੇ ਹੋ ਕੇ ਸੰਘਰਸ਼ ਕਰਾਂਗੇ। ਦੇਖੋ 27 ਸਾਲ ਹੋ ਗਈ, 32 ਸਾਲ ਇੱਕ ਆਪਣੇ ਸਿੰਘ ਨੂੰ 32 ਸਾਲ ਹੋ ਗਏ ਜੇਲ੍ਹ 'ਚ। 8 ਫੁੱਟ 4 ਫੁੱਟ ਦੇ ਸੈੱਲ ਵਿੱਚ 32 ਸਾਲ ਰਹਿਣਾ ਕਿੰਨਾ ਔਖਾ ਹੈ। ਇੱਕ ਦਿਨ ਪਰੋਲ ਨਹੀਂ ਮਿਲੀ। ਐ ਜੀ ਬੇਇਨਸਾਫੀ ਮੈਨੂੰ ਲੱਗਦਾ ਦੁਨੀਆ ਦੇ ਇਤਿਹਾਸ 'ਚ ਨਹੀਂ ਹੈ। ਕੀ ਪੋਲੀਟੀਕਲ ਕੰਪਲਸ਼ਨ ਸੀ? ਆ ਕੋਈ ਪੋਲੀਟੀਕਲ ਕੰਪਲਸ਼ਨ ਨਹੀਂ ਹੈ। ਆ ਇੱਕ ਸ਼੍ਰੋਮਣੀ ਅਕਾਲੀ ਦਲ ਪਹਿਲੇ ਵੀ ਲਗਾਤਾਰ ਸੰਘਰਸ਼ ਕਰਦਾ ਰਿਹਾ। ਜਦੋਂ ਸਾਡੀ ਸਰਕਾਰ ਸੀ ਉਦੋਂ ਵੀ ਭਾਈ ਰਾਜੋਆਣਾ ਸਾਹਿਬ ਦੀ ਜਦੋਂ ਫਾਂਸੀ ਦਾ ਹੁਕਮ ਆਇਆ ਉਦੋਂ ਅਸੀਂ ਉਹ ਜਿਹੜਾ ਮਗਰ ਸੰਘਰਸ਼ ਕਰਕੇ ਔਰ ਫਾਂਸੀ ਦਾ ਹੁਕਮ ਰੁਕਵਾਇਆ। ਰਾਸ਼ਟਰਪਤੀ ਨੂੰ ਮਿਲੇ, ਪ੍ਰਧਾਨ ਮੰਤਰੀ ਮਿਲੇ। ਉਵੇਂ ਹੀ ਆਪਣੇ ਪ੍ਰੋਫੈਸਰ ਭੁੱਲਰ ਸਾਹਿਬ ਦੀ ਜੋ ਗੱਲ ਆਈ ਉਦੋਂ ਉਹਨਾਂ ਦੀ ਲੜਾਈ ਵੀ ਅਸੀਂ ਲੜੀ। ਸੋ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਲੜਦਾ ਰਿਹਾ। ਪਰ ਵੱਡੀ ਗੱਲ ਇੱਕ ਐਕਤੀ ਹੋਈ ਹੈ ਕਿ
ਸਾਰੀ ਕੌਮ, ਸਾਰੀਆਂ ਜਥੇਬੰਦੀਆਂ ਇੱਕ ਝੰਡੇ ਦੇ ਲਈ ਇਕੱਠੇ ਹੋ ਗਈਆਂ। ਮੈਂ ਹੋਰ ਵੀ ਗੱਲ ਕਰਦਾ, ਜਿਸ ਮਾਹੌਲ ਨਾਲ ਗੱਲ ਹੋਈ, ਐ ਜਿਸ ਪਿਆਰ ਨਾਲ ਗੱਲ ਹੋਈ, ਐ ਲੱਗਦਾ ਹੀ ਨਹੀਂ ਸੀ ਕੋਈ ਤਣਾਅ ਪੁਰਾਣਾ ਹੈ ਜਾਂ ਨਹੀਂ। ਤੋ ਇਸ ਕਰਕੇ ਮੈਂ ਧੰਨਵਾਦ, ਮੈਂ ਸਹੀ ਕਹਿਣਾ, ਪਰਮਾਤਮਾ ਦੀ ਅੱਜ ਮਿਹਰ ਹੋਈ ਹੈ। ਪਰਮਾਤਮਾ ਦੇ ਮਤਲਬ ਆਸ਼ੀਰਵਾਦ ਨਾਲ ਅੱਜ ਬੰਦੀ ਸਿੱਖ ਅਸੀਂ ਰਿਹਾ ਕਰਕੇ ਬਾਹਰ ਨਿਕਲੇ। ਬਾਦਲ ਸਾਹਿਬ ਮੈਨੂੰ ਯਾਦ ਹੈ ਕਿ ਜੋ ਤੁਹਾਡੀ ਗਵਰਨਮੈਂਟ ਸੀਗੀ, ਤੁਸੀਂ ਕਾਫੀ ਸਰ ਅੱਜ ਕਿਸੇ ਦੇ ਮਨ ਦੇ ਵਿੱਚ ਖਟਾਸ ਤੁਸੀਂ ਨਜ਼ਰ ਬਹੁਤ ਆਈ ਐਫਰਟਸ ਕੀਤੀਆਂ, ਅੱਜ ਕਿਸੇ ਦੇ ਮਨ ਦੇ ਵਿੱਚ ਕਿੱਥੇ ਰਹਿ ਗਈ? ਨਜ਼ਰ ਆਈ ਹੈ ਬਾਦਲ ਸਾਹਿਬ ਕਮੀ ਕਿੱਥੇ ਰਹਿ ਥੈਂਕ ਗਈ? ਯੂ, ਥੈਂਕ ਯੂ, ਬਾਦਲ ਸਾਹਿਬ ਕਮੀ ਥੈਂਕ ਕਿੱਥੇ ਯੂ, ਰਹਿ ਗਈ? ਥੈਂਕ ਯੂ। ਦਾਇਰਾ ਸਿੰਘ ਸਾਹਿਬ ਨੂੰ ਵਿਰੋਧ ਕੀਤਾ ਗਿਆ ਜੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸ਼੍ਰੋਮਣੀ ਕਮੇਟੀ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਪੰਥਕ ਕਾਰਜਾਂ ਲਈ ਸਹਿਯੋਗ ਦਾ ਭਰੋਸਾ ਦਿੱਤਾ ਹੈ। ਅੱਜ ਸਿੱਖ ਕੌਮ ਦੀ ਬਹੁਤ ਵੱਡੀ ਮੀਟਿੰਗ ਹੋਈ ਹੈ, ਜਿਹਦੇ ਵਿੱਚ ਫੈਸਲਾ ਹੋਇਆ ਕਿ ਜਿਹੜੇ ਬੰਦੀ ਸਿੰਘ ਹਕੂਮਤ ਨੇ 30 ਸਾਲ ਤੋਂ ਅੰਦਰ ਕੀਤੇ ਗਏ ਹੈ, ਉਹਨਾਂ ਨੂੰ ਹੁਣ ਆਪਾਂ ਨੇ ਜ਼ਰੂਰ ਕਢਾਉਣਾ ਹੈ। ਬੇਸ਼ੱਕ ਮੋਰਚਾ ਲੱਗ ਜੇ ਜਾਂ ਹਕੂਮਤ ਸੁਲ੍ਹਾ ਦੇ ਨਾਲ ਸਾਰਿਆਂ ਨੂੰ ਰਿਹਾ ਕਰਾ ਦੇ, ਕਿਉਂ ਕਰਕੇ ਅੱਜ ਸਿੱਖ ਪੁੱਛ ਰਹੇ ਹੈ ਕਿ ਜੇ ਆਜ਼ਾਦੀ ਦੇ ਲਈ ਸਿੱਖਾਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਕੀਤੀਆਂ ਤੇ ਫਿਰ ਸਿੱਖ ਦੀ ਸੁਣਾਈ ਕਿਉਂ ਨਹੀਂ ਹੋ ਰਹੀ। ਇਹ ਸਾਡੇ ਦਿਲਾਂ ਦੇ ਵਿੱਚ ਗੱਲ ਪਾਉਂਦੀ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਜੇ ਹਿੰਦੁੱਤਵਾ ਸਾਨੂੰ ਹੁਣ ਨਹੀਂ ਨਾਲ ਰੱਖਣਾ ਚਾਹੁੰਦੀ, ਫਿਰ SGPC ਦਾ ਇਸੇ ਹਾਲ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ 1986 ਦਾ ਖਾਲਿਸਤਾਨ ਦਾ ਮਤਾ ਸਰਬਸੰਮਤੀ ਦੇ ਨਾਲ ਪਾਸ ਹੋਇਆ ਸੀਗਾ। ਤੇ ਅੱਜ ਮੈਂ ਹਾਊਸ ਨੂੰ ਅਪੀਲ ਕੀਤੀ ਹੈ ਕਿ ਇਸ ਨੂੰ ਫਿਰ ਤੋਂ ਸੁਰਜੀਤ ਕੀਤਾ ਜਾਵੇ, ਕਿਉਂ ਕਰਕੇ ਸਾਡੀ ਜ਼ਿੰਦਗੀ ਅੱਜ ਹਰਾਮ ਦੀ ਹੈ। ਜੇ ਅਸੀਂ ਪਾਕਿਸਤਾਨ ਦੇ ਵਿੱਚ ਹੈ ਤਾਂ ਅਸੀਂ ਮੁਸਲਮਾਨ ਦੇ ਗੁਲਾਮ ਹੈ, ਜੇ ਅਸੀਂ ਇੰਡੀਆ ਦੇ ਵਿੱਚ ਹੈ ਤੇ ਅਸੀਂ ਹਿੰਦੂ ਦੇ ਗੁਲਾਮ ਹੈ। ਅਸੀਂ ਆਪਣੀਆਂ ਗੁਲਾਮੀ ਦੀਆਂ ਜਿਹੜੀਆਂ ਚਿੰਨ੍ਹ ਹੈ ਇਹਨਾਂ ਨੂੰ ਤੋੜ ਦੇਣਾ ਚਾਹੁੰਦੇ ਹਾਂ ਔਰ ਆਜ਼ਾਦ ਹੋਣਾ ਚਾਹੁੰਦੇ ਹਾਂ। ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸਮੁੰਦਰੀ ਹਾਲ ਦੇ ਵਿੱਚ ਤਸਵੀਰ, ਵੱਡੀ ਪੇਂਟਿੰਗ ਜ਼ਰੂਰ ਲੱਗਣੀ ਚਾਹੀਦੀ ਹੈ। ਤੇ 1925 ਦੇ ਵਿੱਚ SGPC ਸਥਾਪਤ ਕਾਨੂੰਨ ਦੇ ਰਾਹੀਂ ਹੋਈ ਸੀਗੀ। ਇਹਦੇ ਇਲੈਕਸ਼ਨ ਹਰੇਕ 5 ਸਾਲ ਤੋਂ ਬਾਅਦ ਹੋਣੇ ਚਾਹੀਦੇ ਹੈ, ਪਰ 11 ਸਾਲ ਜੇ ਤਾਂ ਤੂੰ ਬੋਲਣਾ ਮੈਂ ਬੋਲ। ਗਿਆਤੀ ਸਿੰਘਾਂ ਦੀ ਗੱਲ ਕਰ ਰਹੇ ਜਿਨ੍ਹਾਂ ਦੀ ਅੱਜ ਆਪਾਂ ਮੀਟਿੰਗ ਕੀਤੀ, ਉਹਦੇ ਬਾਰੇ ਅਗਲੀ ਰਣਨੀਤੀ ਕੀਤੀ ਗਈ ਹੈ ਜੀ। ਜੇ ਨਹੀਂ ਮੇਰੀ ਗੱਲ ਸੁਣਨੀ ਤਾਂ ਆਪਾਂ SGPC ਦੀ ਗੱਲ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਤੁਸੀਂ ਪੁੱਛ ਲਿਓ। ਹਾਂ, SGPC ਕਾਨੂੰਨ ਦੇ ਰਾਹੀਂ 1925 ਦੇ ਵਿੱਚ ਸਥਾਪਿਤ ਹੋਈ ਸੀ ਤੇ ਇਹਦੀਆਂ ਇਲੈਕਸ਼ਨਾਂ ਹਰੇਕ 5 ਸਾਲ ਤੋਂ ਹੁੰਦੀਆਂ, ਪਰ ਸੈਂਟਰ ਨੇ 11 ਸਾਲ ਤੋਂ ਸਿੱਖ ਕੌਮ ਦੀ ਜਮਹੂਰੀਅਤ ਦੇ ਉੱਤੇ ਛਾਪਾ ਮਾਰਿਆ ਹੋਇਆ ਹੈ ਤੇ ਸਾਡੀ SGPC ਦੇ ਇਲੈਕਸ਼ਨਸ ਨਹੀਂ ਹੁੰਦੇ। ਅਸੀਂ ਸਿੱਖ ਸਮਝਦੇ ਹਾਂ ਕਿ ਜਮਹੂਰੀਅਤ ਜਿਹੜੀ ਚੀਜ਼ ਹੈ, ਜੋ ਸਾਡਾ ਇੱਕ ਅੰਗ ਹੈ ਸਿੱਖਾਂ ਦਾ, ਉਹਦੀ ਖੁਰਾਕ ਹੈ ਇਲੈਕਸ਼ਨਸ। ਤੇ ਸਾਨੂੰ ਜਮਹੂਰੀਅਤ ਵੱਲੋਂ ਹਿੰਦ ਹਕੂਮਤ ਨੇ ਵਾਂਝਾ ਕਿਉਂ ਕੀਤਾ ਗਿਆ? ਹੁਣ ਤੁਸੀਂ ਪੁੱਛੋ ਕੀ ਕਰਨਾ। ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅੱਜ ਦੀ ਇਕੱਤਰਤਾ ਸੀ, ਅਗਲੀ ਰਣਨੀਤੀ ਕੀ ਤੈਅ ਕੀਤੀ ਗਈ ਹੈ ਜੀ? ਇਹ ਤਾਂ ਉੱਥੇ ਮਤੇ ਪਾਸ ਕੀਤੇ ਗਏ, ਉਹ ਦੇਖ ਲਿਓ ਜਾ ਉੱਥੇ ਤੁਸੀਂ ਮਤੇ ਤਾਂ ਪੜ੍ਹ ਲਏ ਸਾਰੇ। ਜਦੋਂ ਰਮਾਇਣ ਸੁਣਾਈ ਗਈ ਹੈ, ਹੁਣ ਤੁਸੀਂ ਪੁੱਛਦੇ ਹੋ ਸੀਤਾ ਕੌਣ ਹੈ? ਥੋੜ੍ਹੀ ਜਿਹੀ ਆਪ ਵੀ ਖੋਜ ਕਰ ਲਓ।
ਮਤੇ ਪੜ੍ਹੇ ਗਏ ਆ। ਮਾਨ ਸਾਹਿਬ ਅੰਦਰ ਮੀਡੀਆ ਨੂੰ ਨਹੀਂ ਅਲਾਉ ਕੀਤਾ ਗਿਆ। ਸਰ ਮੀਡੀਆ ਅੰਦਰ ਨਹੀਂ ਗਿਆ ਸੀ ਇਸ ਲਈ ਪੁੱਛ ਰਿਹਾ ਕਿ ਮੀਟਿੰਗ 'ਚ ਕੀ ਫੈਸਲੇ ਕੀਤੇ ਗਏ। ਇਹੀ ਫੈਸਲੇ ਕੀਤੇ ਗਏ ਆ ਚੜ੍ਹਦੀ ਕਲਾ ਦੀ ਤੇ ਬੰਦੀਆਂ ਨੂੰ ਛੁਡਾਉਣ ਦੇ ਲਈ। ਮੋਰਚਾ ਵੀ ਲੱਗ ਸਕਦਾ ਹੈ, ਸਾਰਾ ਕੁਝ ਹੋ ਸਕਦਾ ਹੈ, ਪਰ ਹੁਣ ਬੰਦੀ ਛੁੱਟਣੇ ਚਾਹੀਦੇ ਹੈ, ਉਹਨਾਂ ਨੂੰ ਪੈਰੋਲ ਮਿਲਣੀ ਚਾਹੀਦੀ ਹੈ, ਜਿਵੇਂ ਸਰਸੇ ਸਾਧ ਰਾਮ ਰਹੀਮ ਨੂੰ ਵੀ ਮਿਲੀ, ਜਿਹਨੇ ਜਬਰ ਜਨਾਹ ਕੀਤਾ ਹੈ, ਕਤਲ ਕੀਤੇ ਹੈ, ਤੇ ਸਾਡੇ ਸਿੱਖਾਂ ਨੇ ਇਹੋ ਜਿਹਾ ਕੰਮ ਨਹੀਂ ਕੋਈ ਕੀਤਾ ਹੈਗਾ। ਉਹਨਾਂ ਨੇ ਆਪਣੇ ਦੇਸ਼ ਸਿੱਖ ਦੀ ਸੇਵਾ ਕੀਤੀ ਹੈ। ਠੀਕ ਹੈ, ਥੈਂਕ ਯੂ। ਇਸ ਪੰਥਕ ਇਕੱਤਰਤਾ ਦੇ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੀ ਪਹੁੰਚੇ ਸਨ, ਜਿਨ੍ਹਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ ਅਤੇ ਇਸ ਦਰਮਿਆਨ ਉਹਨਾਂ ਕੀ ਕਿਹਾ, ਆਓ ਜਾਣਦੇ ਹਾਂ। ਥੋੜਾ ਅੱਗੇ ਆ ਜਾਓ ਖਾਲਸਾ ਜੀ, ਅੱਗੇ ਆ ਜਾਓ। ਪਹੁੰਚੇ ਥੋੜੇ ਸਾਈਡ ਤੇ। ਕਹਿੰਦੇ ਪਰ ਉੱਥੇ ਦਿਲ ਨਹੀਂ ਮਿਲੇ, ਕਿਸੇ ਦੀਆਂ ਅੱਖਾਂ ਨਹੀਂ ਮਿਲੀਆਂ, ਇੱਕ ਦੂਜੇ ਨੂੰ ਬੁਲਾਇਆ ਵੀ ਨਹੀਂ ਕਿਸੇ ਨੇ। ਨਹੀਂ, ਬਿਲਕੁਲ ਸਾਰਿਆਂ ਦੀ ਫਤਿਹ ਦੀ ਸਾਂਝ ਹੋਈ ਆ। ਸਿੰਘ ਸਮੁੰਦਰੀ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੀ ਦੇ ਸੱਦੇ ਤੇ ਅੱਜ ਜਥੇਬੰਦੀਆਂ ਦਾ ਇਕੱਠ ਸੀਗਾ। ਠੀਕ ਹੈ। ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਸੀ। ਕੋਈ ਵੀ ਸਿੱਖ ਜਾਂ ਕੋਈ ਜਥੇਬੰਦੀ ਜਿਹੜੀ ਆ ਉਹ ਬੰਦੀ ਸਿੰਘਾਂ ਦੀ ਰਿਹਾਈ ਤੋਂ ਮੁਨਕਰ ਨਹੀਂ, ਸਾਰੀਆਂ ਆਪੋ ਆਪਣੇ ਤੌਰ ਤੇ ਸੰਘਰਸ਼ ਕਰ ਰਹੀਆਂ ਨੇ। ਅੱਜ ਅਕਾਲੀ ਦਲਾਂ ਦੇ ਪ੍ਰਧਾਨ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨ, ਸੰਪਰਦਾਵਾਂ ਦੇ ਮੁਖੀ, ਸੰਤ ਮਹਾਂਪੁਰਸ਼ ਸਾਰੇ ਇੱਥੇ ਬੈਠੇ, ਸਾਰਿਆਂ ਨੇ ਬੁਲੰਦ ਆਵਾਜ਼ ਵਿੱਚ ਕਿਹਾ। ਔਰ ਜੋ ਮੈਨੂੰ ਸਮਾਂ ਮਿਲਿਆ ਸੀ, ਮੈਂ ਆਪਣੇ ਸਮੇਂ ਦੇ ਅੰਦਰ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਉਹਦਾ ਬੜਾ ਸਤਿਕਾਰਤਾ, ਬੜੀ ਪਾਵਰ ਆ। ਉਹ ਪੰਥ ਨੂੰ ਏਕਤਾ ਦੇ ਨਾਲ ਲੈ ਕੇ ਚੱਲਣ ਔਰ ਸ਼੍ਰੋਮਣੀ ਕਮੇਟੀ ਨਿਰਪੱਖ ਫੈਸਲਾ ਕਰੇ। ਜੋ ਪਿਛਲੇ ਸਮੇਂ ਦੇ ਅੰਦਰ ਕੋਈ ਉਣਤਾਈਆਂ ਰਹੀਆਂ ਜਾਂ ਗਲਤੀਆਂ ਹੋਈਆਂ ਉਹਨਾਂ ਨੂੰ ਸੁਧਾਰਿਆ ਜਾਵੇ ਔਰ ਪਰਿਵਾਰਵਾਦ ਦੀ ਰਾਜਨੀਤੀ ਚੋਂ ਕੱਢ ਕੇ ਬੰਦੀ ਸਿੰਘਾਂ ਸਮਾਜ ਜਿਹੜੇ ਹੈ ਪਰਿਵਾਰਵਾਦ ਦੀ ਜਿਹੜੇ ਬੰਦੀ ਸਿੰਘਾਂ ਨੂੰ ਫੈਸਲੇ ਕੀ ਲਏ ਗਏ ਅੱਜ ਮਤੇ ਪਾਸ ਹੋਏ ਆ ਔਰ ਇੱਕ ਕਮੇਟੀ ਜਿਹੜੀ ਆ ਉਹ ਬਣਾਈ ਜਾ ਰਹੀ ਹੈ ਸ਼੍ਰੋਮਣੀ ਕਮੇਟੀ ਵੱਲੋਂ। ਉਸ ਦੇ ਵਿੱਚ ਜਿਸ ਤਰ੍ਹਾਂ ਮੁੱਖ ਮੰਤਰੀ, ਰਾਜਪਾਲ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਨੂੰ ਮਿਲਣਾ ਔਰ ਉਹਨਾਂ ਨਾਲ ਮਿਲ ਕੇ ਜਿਹੜਾ ਰਾਬਤਾ ਕਰਨਾ, ਕਾਨੂੰਨੀ ਲੜਾਈ ਲੜਨੀ, ਇਹ ਸਾਰੇ ਜਿਹੜੇ ਸਾਰੀਆਂ ਜਥੇਬੰਦੀਆਂ ਨੇ ਸਹਿਯੋਗ ਦਾ ਜੈਕਾਰਾ ਉੱਥੇ ਛੱਡਿਆ, ਮਤਿਆਂ ਨੂੰ ਪ੍ਰਵਾਨਗੀ ਦਿੱਤੀ ਆ। ਮੈਨੂੰ ਪੂਰੀ ਆਸ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਰਪੱਖ ਤੌਰ ਤੇ ਜਦੋਂ ਇਹ ਫੈਸਲਾ ਲੈ ਕੇ ਤੁਰੇਗੀ ਤੇ ਕੋਈ ਵੀ ਸਿੱਖ ਜਿਹੜਾ ਹੈ ਉਹ ਇਸ ਤੋਂ ਪਿੱਛੇ ਨਹੀਂ ਰਹੇਗਾ। ਅਸੀਂ ਨੰਗੇ ਪੈਰੀਂ ਅੰਮ੍ਰਿਤਸਰ ਸਾਹਿਬ, ਨੰਗੇ ਪੈਰੀਂ ਅਕਾਲ ਤਖ਼ਤ ਸਾਹਿਬ ਤੇ ਨੰਗੇ ਪੈਰੀਂ ਤੇਜਾ ਸਿੰਘ ਸਮੁੰਦਰੀ ਹਾਲ ਪਹੁੰਚਾਂਗੇ। ਬਸ ਇੱਕੋ ਹੀ ਸਾਰਿਆਂ ਦਾ ਤੌਖਲਾ ਕਿ ਕਿਸੇ ਪਰਿਵਾਰ ਨੂੰ ਉਭਾਰਨ ਲਈ ਜਾਂ ਕਿਸੇ ਦਲ ਜਾਂ ਧੜੇ ਨੂੰ ਉਭਾਰਨ ਲਈ ਨਾ ਹੋਵੇ। ਇਹ ਪੰਥ ਲਈ, ਕੌਮ ਲਈ ਜਿਹੜਾ ਬੰਦੀ ਸਿੰਘਾਂ ਦਾ ਮੁੱਦਾ ਵਾ, ਉਹਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਹੀ ਦੇਖ ਕੇ ਤੇ ਪੂਰਾ ਸੰਘਰਸ਼। ਬਿਲਕੁਲ ਅੱਜ ਸਾਰਿਆਂ ਨੇ ਬੜੇ ਸਮੂਥ ਵਿਚਾਰ ਦਿੱਤੇ, ਏਕਤਾ ਦੇ ਵਿਚਾਰ ਦਿੱਤੇ ਆ ਔਰ ਉਹਨਾਂ ਨੇ ਖੁਦ ਇਸ ਗੱਲ ਦਾ ਅਹਿਸਾਸ ਕੀਤਾ ਕਿ ਜੋ ਪਿਛਲੇ ਸਮੇਂ ਚੂਣਤਾਈਆਂ ਰਹੀਆਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਅੱਗੇ ਤੋਂ ਜਿਹੜਾ ਲੈ ਕੇ ਬਹੁਤ ਵਧੀਆ ਕੰਮ ਪਿਛਲੇ ਸਮੇਂ ਸ਼੍ਰੋਮਣੀ ਕਮੇਟੀ ਨੇ ਬਹੁਤ ਮੁੱਦਿਆਂ ਤੇ ਵਧੀਆ ਕੰਮ ਵੀ ਕੀਤੇ ਆ। ਠੀਕ ਹੈ ਜੀ। ਇਹ ਐਵੇਂ ਨਹੀਂ ਆ। ਔਰ ਜੇ ਸਾਡੀ ਇੱਥੇ ਸ਼੍ਰੋਮਣੀ ਕਮੇਟੀ ਹੋਵੇ, ਸਾਡੀ ਸਰਕਾਰ ਹੋਵੇ, ਤਾਂ ਹੀ ਸ਼ਹੀਦਾਂ ਦੀ ਯਾਦਗਾਰ ਬਣ ਸਕਦੀ, ਤਾਂ ਹੀ ਸ਼ਹੀਦਾਂ ਨੂੰ ਖਿਤਾਬ ਦਿੱਤੇ ਜਾ ਸਕਦੇ ਆ, ਤਾਂ ਹੀ ਅਕਾਲ ਤਖ਼ਤ ਸਾਹਿਬ ਤੋਂ ਮਹਾਨ ਸਿੱਖ ਦੇ ਜਾਂ ਪੰਥ ਰਤਨ ਦੇ ਉਸ ਤਰ੍ਹਾਂ ਜਿਹੜਾ ਇਹ ਮੁਮਕਿਨ ਨਹੀਂ ਆ। ਪਰ ਇਹਦੇ 'ਚ ਇਹ ਆ ਜਿੱਥੇ ਪੰਥ ਨੂੰ ਵਿਸਾਰਿਆ ਗਿਆ ਜਾਂ ਜਿੱਥੇ ਕਿਤੇ ਉਣਤਾਈਆਂ ਆਈਆਂ ਨੇ ਉਹਨਾਂ ਨੂੰ ਜਿਹੜਾ ਹੈਗਾ ਉਹ ਦੂਰ ਕੀਤਾ ਜਾਵੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਕੇਵਲ ਰਾਜ ਭਾਗ ਲਈ ਨਹੀਂ, ਪੰਥ ਨੂੰ ਵੀ ਨਾਲ ਲੈ ਕੇ ਰਾਜ ਭਾਗ ਵੀ ਔਰ ਪੰਥ ਦੇ ਮੁੱਦੇ ਜਿਹੜੇ ਉਹਨਾਂ ਨੂੰ ਵਿਸਾਰ ਕੇ ਜਿਹੜਾ ਉਹ ਨਹੀਂ ਚੱਲਿਆ ਜਾਣਾ। ਇਹੀ ਸਾਰੇ ਬੁਲਾਰਿਆਂ ਨੇ ਵਿਚਾਰ ਦਿੱਤੇ ਔਰ ਇਹੀ ਵਿਚਾਰ ਮੈਂ ਜਿਹੜਾ ਉਹ ਬੇਨਤੀ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜ਼ਿਕਰਯੋਗ ਹੈ ਕਿ ਇਸ ਪੰਥਕ ਇਕੱਠ ਦੇ ਵਿੱਚ ਸਿੱਖ ਕੌਮ ਦੀਆਂ ਵੱਖ-ਵੱਖ ਧਾਰਮਿਕ, ਰਾਜਸੀ ਅਤੇ ਸਮਾਜਿਕ ਜਥੇਬੰਦੀਆਂ ਨੇ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਜਾਣ ਵਾਲੇ ਭਵਿੱਖੀ ਯਤਨਾਂ ਅਤੇ ਆਰੰਭੇ ਜਾਣ ਵਾਲੇ ਹਰ ਸੰਘਰਸ਼ ਦਾ ਮੋਹਰੀ ਤੌਰ ਤੇ ਸਾਥ ਦੇਣ ਦੀ ਵਚਨਬੱਧਤਾ ਪ੍ਰਗਟਾਈ ਹੈ। ਇਕੱਤਰਤਾ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ 3 ਅਹਿਮ ਮਤੇ ਪਾਸ ਕੀਤੇ ਗਏ ਨੇ, ਜਿਨ੍ਹਾਂ ਅਨੁਸਾਰ ਇੱਕ ਸਾਂਝੀ ਕਮੇਟੀ ਸਥਾਪਿਤ ਕਰਨ, ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਸਮੇਤ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਰਾਜਪਾਲਾਂ ਨੂੰ ਮਿਲਣ ਅਤੇ ਲੋੜ ਪੈਣ ਤੇ ਕਰੜਾ ਸੰਘਰਸ਼ ਵਿੱਢਣ ਤੇ ਸਹਿਮਤੀ ਪ੍ਰਗਟਾਈ ਗਈ ਹੈ। ਇਸ ਦੇ ਨਾਲ ਹੀ ਦੇਸ਼ ਦੇ ਪਾਰਲੀਮੈਂਟ ਦੇ ਸਿੱਖ ਮੈਂਬਰਾਂ, ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੋਣ, ਨੂੰ ਪਾਰਲੀਮੈਂਟ ਦੇ ਦੋਹਾਂ ਸਦਨਾਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਬੁਲੰਦ ਕਰਨ ਦੀ ਵੀ ਅਪੀਲ ਕੀਤੀ ਗਈ ਹੈ। D5 ਚੈਨਲ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ, ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ D5 ਚੈਨਲ ਪੰਜਾਬੀ ਤੇ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ।